त्रैगुणी त्रिभिद करम। माया मोह जगत सबाया, त्रैगुण दीसै मोहे माया। गुर प्रसादी को विरला बूझै, चौथै पद लिव लावणिया। हऊँ वारी जियों वारी, माया मोह शब्द जलावणिया। माया मोह जलाए सो हर स्यों चित लाए, हर दर मैली शोभा पावणिया। रहाओ देवी देवा मूल है माया, सिमरित सासत जिन उपाया। काम क्रोध पसरिया संसारे, आए जाए दुख पावणिया। माजमा ला तीजा। व्याख्या। सारा जगत माया मोह ਦਾ ਹੀ ਗਰਾਸਿਆ ਹੋਇਆ ਹੈ। ਜਗਤ ਸਬਾਏ ਨੂੰ ਮਾਇਆ ਮੋਹ ਹੀ ਵਿਆਪ ਰਿਹਾ ਹੈ। ਮਾਇਆ ਮੋਹ ਦੇ ਗਰਸੇ ਹੋਏ ਸਾਰੇ ਸੰਸਾਰੀ ਜੀਵ ਤ੍ਰੈਗੁਣੀ ਕਰਮ ਹੀ ਕਮਾਉਂਦੇ ਹਨ। ਤਿੰਨੇ ਗੁਣ ਅਤੇ ਤਿੰਨਾਂ ਗੁਣਾਂ ਵਿੱਚ ਕਰਮ ਕਰਨ ਹਾਰੇ ਸਾਰੇ ਮਾਇਆ ਦੇ ਮੋਹੇ ਹੋਏ ਹੀ ਦੱਸਦੇ ਹਨ। ਤਿੰਨਾਂ ਗੁਣਾਂ ਵਿੱਚ ਵਰਤਣ ਵਾਲੇ ਸੰਸਾਰੀ ਜੀਵ ਸਾਰੇ ਹੀ ਮਾਇਆ ਦੇ ਠੱਗੇ ਹੋਏ ਦੱਸਦੇ ਹਨ। ਰੱਜ ਸੱਤ ਤਮ ਇਹ ਤਿੰਨ ਗੁਣ ਹਨ। ਮਨੁੱਖ ਮਾਤਰ ਆਮ ਤੌਰ ਤੇ ਇਹਨਾਂ ਤਿੰਨਾਂ ਗੁਣਾਂ ਵਿੱਚ ਗ੍ਰਸਤ ਹੈ। ਜਦੋਂ ਮਨੁੱਖ ਅੰਦਰ ਸੰਸਾਰੀ ਵਾਸ਼ਨਾਵਾਂ ਪ੍ਰਬਲ ਹੁੰਦੀਆਂ ਹਨ ਅਤੇ ਉਹਨਾਂ ਦੀ ਪ੍ਰਾਪਤੀ ਲਈ ਨਾਨਾ ਪ੍ਰਕਾਰੀ ਕਰਮ ਕਰਦਾ ਹੈ, ਤਦੋਂ ਉਸ ਦੇ ਉਕਤ ਕਰਮ ਰਜੋਗੁਣੀ ਕਰਮ ਕਹਾਉਂਦੇ ਹਨ, ਕਿਉਂਕਿ ਉਸ ਵੇਲੇ ਕਰਮ ਕਰਨ ਹਾਰੇ ਦੇ ਅੰਦਰ ਰਜ ਗੁਣ ਜੋਰਾਂ ਤੇ ਹੁੰਦਾ ਹੈ। ਜਦੋਂ ਮਨੁੱਖ ਈਰਖਾ ਦਵੈਖਮਈ ਕ੍ਰੋਧ ਦਾ ਮਾਰਿਆ ਹੋਇਆ ਕਰਮ ਕਮਾਉਂਦਾ ਹੈ ਤਾਂ ਉਕਤ ਕਰਮ ਤਮੋਗੁਣੀ ਕਰਮ ਕਹਾਉਂਦੇ ਹਨ ਅਤੇ ਇਸ ਤਮੋ ਗੁਣ ਦੀ ਦਸ਼ਾ ਵਿੱਚ ਕਰਮ ਕਰਨ ਹਾਰਾ ਪੁਰਸ਼ ਤਮੋ ਗੁਣ ਦੇ ਅੰਧੇਰੇ ਵਿੱਚ ਕੰਮ ਕਰਦਾ ਹੈ ਅਤੇ ਉਸ ਦੀ ਇਹ ਦਸ਼ਾ ਵੀ ਤਮੋ ਗੁਣ ਵਾਲੀ ਹੁੰਦੀ ਹੈ। ਦੁਨਿਆਵੀ ਕਹਿਣੀ ਅਨੁਸਾਰ ਸਤ ਸੰਤੋਖ ਅਤੇ ਸ਼ਾਂਤ ਵਾਲੀ ਦਸ਼ਾ ਨੂੰ ਅਤੇ ਕਹਿਣ ਮਾਤਰ ਨਿਆਉ ਗਿਆਨ ਗ੍ਰਹਿਣ ਕਰਨ ਵਾਲੀ ਦਸ਼ਾ ਨੂੰ ਸਤੋਗੁਣੀ ਦਸ਼ਾ ਬਿਆਨ ਕੀਤਾ ਜਾਂਦਾ ਹੈ। ਇਹ ਤਿੰਨੇ ਗੁਣ ਦ੍ਰਿਸ਼ਟਮਾਨ ਸੰਸਾਰ ਵਿੱਚ ਵਰਤਦੇ ਹਨ ਅਤੇ ਦ੍ਰਿਸ਼ਟਮਾਨ ਨੂੰ ਮੁੱਖ ਰੱਖ ਕੇ ਇਹਨਾਂ ਤਿਹਾਂ ਗੁਣਾਂ ਵਿੱਚ ਕੰਮ ਕਰਨ ਹਾਰੇ ਤ੍ਰੈਗੁਣੀ ਕਰਮਾਂ ਵਾਲੇ ਬੰਦੇ ਹੁੰਦੇ ਹਨ। ਗੁਰਮਤ ਅੰਦਰ ਇਹਨਾਂ ਦ੍ਰਿਸ਼ਟਮਾਨ ਤਿਹਾਂ ਗੁਣਾਂ ਤੋਂ ਉੱਪਰ ਅਦ੍ਰਿਸ਼ਟ ਵਿੱਚ ਖੇਲਣ ਵਾਲੀ ਚੌਥੀ ਭੂਮਿਕਾ ਵੀ ਹੈ, ਜਿਸ ਨੂੰ ਤੁਰਿਆ ਆਖਿਆ ਭਾਖਿਆ ਜਾਂਦਾ ਹੈ। ਜਿੱਥੇ ਗੁਰਮੁਖ ਹੀ ਪਹੁੰਚਦੇ ਹਨ ਅਤੇ ਜੀਵਨ ਮੁਕਤ ਹੋ ਕੇ ਪਹੁੰਚਦੇ ਹਨ, ਇਸ ਅਵਸਥਾ ਵਿੱਚ ਉਹ ਗੁਰਮੁਖ ਜਨ ਤੁਰਿਆ ਗੁਣ ਵਿੱਚ ਖੇਡਣ ਵਾਲੇ ਤਿਹਾਂ ਗੁਣਾਂ ਦੇ ਦੁਬੈਲ ਨਹੀਂ ਰਹਿੰਦੇ, ਸਗੋਂ ਤਿਹਾਂ ਗੁਣਾਂ ਤੇ ਕਾਬੂ ਪਾ ਲੈਂਦੇ ਹਨ। ਨਹੀਂ ਤਾਂ ਹੋਰ ਸਾਰਾ ਸੰਸਾਰ ਤਿਹਾਂ ਗੁਣਾਂ ਵਿੱਚ ਵਰਤ ਰਿਹਾ ਹੈ ਅਤੇ ਤਿਹਾਂ ਗੁਣਾਂ ਅੰਦਰ ਹੀ ਤ੍ਰੈਗੁਣੀ ਕਰਮ ਹੀ ਕਮਾ ਰਿਹਾ ਹੈ। ਤਿੰਨੇ ਗੁਣ ਹੀ ਮਾਇਆ ਦੇ ਮੋਹੇ ਹੋਏ ਹਨ। ਗੁਰੂ ਸਾਹਿਬ ਨੇ ਪ੍ਰਤੱਖ ਦੇਖੇ ਹਨ ਅਤੇ ਗੁਰਮੁਖ ਜਨ ਗੁਰੂ ਵਰਸਾਏ ਹੋਏ ਹੁਣ ਵੀ ਸਾਫ਼ ਦੇਖ ਰਹੇ ਹਨ ਕਿ ਤਿੰਨੇ ਗੁਣ ਮਾਇਆ ਮੋਹ ਦੇ ਵਹਿਣ ਵਿੱਚ ਹੀ ਰੁੜੇ ਜਾ ਰਹੇ ਹਨ। ਚੌਥੇ ਪਦ ਤੁਰਿਆ ਗੁਣ ਵਿੱਚ ਲਿਵ ਲਾ ਕੇ ਇਹ ਗੱਲ ਗੁਰਮੁਖਾਂ ਨੂੰ ਸਾਫ਼ ਦਿਖਾਈ ਦਿੰਦੀ ਹੈ ਕਿ ਸਾਰੀ ਲੁਕਾਈ ਤ੍ਰੈਗੁਣੀ ਕਰਮ ਕਮਾਉਂਦੀ ਹੋਈ ਤਿਹਾਂ ਗੁਣਾਂ ਦੇ ਵਹਿਣ ਵਿੱਚ ਰੁੜੀ ਚਲੀ ਜਾ ਰਹੀ ਹੈ। ਸ੍ਰੀ ਗੁਰੂ ਨਾਨਕ ਸਾਹਿਬ ਵਾਰਨੇ ਬਲਿਹਾਰਨੇ ਜਾਂਦੇ ਹਨ ਤਿਨਾਂ ਗੁਰਮੁਖ ਸਿੱਖਾਂ ਵਿਟੋਂ ਜਿਨ੍ਹਾਂ ਨੇ ਗੁਰ ਸ਼ਬਦ ਨਾਲ ਲਿਵਤਾਰ ਜੋੜ ਕੇ ਮਾਇਆ ਮੋਹ ਨੂੰ ਸਾੜ ਦਿੱਤਾ ਹੈ, ਜਲਾ ਛੱਡਿਆ ਹੈ। ਮਾਇਆ ਮੋਹ ਨੂੰ ਜਲਾ ਦੇਣ ਵਾਲਿਆਂ ਗੁਰਮੁਖਾਂ ਦੀ ਹੀ ਵਾਹਿਗੁਰੂ ਨਾਲ ਸੱਚੀ ਲਿਵ ਲੱਗਦੀ ਹੈ ਅਤੇ ਅਜਿਹੇ ਲਿਵ ਸਮਾਧੀਏ ਤੁਰਿਆ ਅਵਸਥਾ ਵਿੱਚ ਖੇਡਣ ਵਾਲੇ ਗੁਰਮੁਖ ਜਨ ਹੀ ਵਾਹਿਗੁਰੂ ਦੇ ਦਰ ਘਰ ਦਰਬਾਰੀ ਮਹਿਲਾਂ ਵਿੱਚ ਜਾ ਕੇ ਸ਼ੋਭਾ ਪਾਉਂਦੇ ਹਨ। ਦੇਵੀ ਦੇਵਤਿਆਂ ਦਾ ਮੁੱਢ ਹੀ ਮਾਇਆ ਹੈ, ਤਾਂ ਤੇ ਦੇਵੀ ਦੇਵਤਿਆਂ ਦੇ ਉਪਾਸ਼ਕਾਂ ਦੇ ਕਰਮ ਸਭ ਮਾਇਆ ਗ੍ਰਸਤ ਤ੍ਰੈਗੁਣੀ ਕਰਮ ਹੀ ਹਨ ਅਤੇ ਇਹਨਾਂ ਦੇਵਤਿਆਂ ਨੇ ਹੀ ਸਿਮਰਤੀਆਂ ਤੇ ਸ਼ਾਸਤਰ ਰਚੇ ਹਨ, ਤਾਂ ਤੇ ਸਿਮਰਤੀਆਂ ਸ਼ਾਸਤਰਾਂ ਦਾ ਉਪਜਾਊ ਵੀ ਸਭ ਮਾਇਆ ਦਾ ਮਾਇਆ ਰੂਪੀ ਤ੍ਰੈ ਗੁਣਾਂ ਦਾ ਹੀ ਪਸਾਰ ਹੈ। ਇਸ ਕਰਕੇ ਸਾਰੇ ਸੰਸਾਰ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੀ ਆਪਣਾ ਪ੍ਰਬਲ ਪ੍ਰਭਾਵ ਪਾ ਕੇ ਪਸਰ ਰਹੇ ਹਨ, ਜਿਸ ਕਰਕੇ ਉਹ ਸਦਾ ਹੀ ਆਵਾਗਮਨ ਵਿੱਚ ਰਹਿੰਦੇ ਹਨ, ਦੁੱਖ ਹੀ ਦੁੱਖ ਪਾਉਂਦੇ ਹਨ। ਇਸ ਗੁਰ ਪ੍ਰਮਾਣ ਅੰਦਰ ਮਾਇਆ ਮੋਹ ਜਾਂ ਭਰਮ ਦਾ ਇੱਕ ਹੋਰ ਰੂਪ ਦਰਸਾਇਆ ਸਪਸ਼ਟਾਇਆ ਗਿਆ ਹੈ। ਉਹ ਹੈ ਦੇਵੀ ਦੇਵਤਿਆਂ ਵਿੱਚ ਆਮ ਸੰਸਾਰੀਆਂ ਆਨਮਤੀਆਂ ਦਾ ਯਕੀਨ। ਦੇਵੀ ਦੇਵਤਿਆਂ ਦੇ ਮੰਨਣ ਵਿੱਚ ਹੀ ਮਾਇਆ ਮੋਹ ਅਤੇ ਭਰਮ ਕੰਮ ਕਰ ਰਿਹਾ ਹੈ। ਇਸੇ ਭਰਮ ਦਾ ਸਿੱਟਾ ਹੀ ਸਿਮਰਿਤ ਸ਼ਾਸਤਰ ਹਨ, ਜਿਨ੍ਹਾਂ ਵਿੱਚ ਦੇਵੀ ਦੇਵਤਿਆਂ ਦਾ ਬਿਰਤਾਂਤ ਹੀ ਸਾਰੇ ਵਿਸਥਾਰ ਨਾਲ ਭਰਿਆ ਪਿਆ ਹੈ। ਜਿਨ੍ਹਾਂ ਬਿਰਤਾਂਤਾਂ ਤੋਂ ਗਿਆਨ ਹੁੰਦਾ ਹੈ ਕਿ ਕਿਵੇਂ ਸੰਸਾਰ ਵਿੱਚ ਕਾਮ ਕ੍ਰੋਧ ਆਦਿਕ ਦਾ ਪ੍ਰਭਾਵ ਰਾਜ ਕਰ ਰਿਹਾ ਹੈ, ਜਿਸ ਕਰਕੇ ਤ੍ਰੈਗੁਣੀ ਕਰਮ ਕਮਾਵਣ ਹਾਰੇ ਲੋਕ ਜਨਮ ਮਰਨ ਦੇ ਗੇੜੇ ਕੱਢਦੇ ਤੇ ਦੁੱਖ ਪਾ ਰਹੇ ਹਨ। ਦੂਜੈ ਭਾਏ ਪੜੈ ਨਹੀਂ ਬੂਝੈ, ਤ੍ਰਿਭਿਦ ਮਾਇਆ ਕਾਰਣ ਲੂਝੈ। ਤ੍ਰਿਭਿਦ ਬੰਧਨ ਟੂਟੈ ਗੁਰ ਸ਼ਬਦੀ ਮੁਕਤ ਕਰਾਵਣਿਆ।
ਇਹੋ ਮਨ ਚੰਚਲ ਵਸ ਨਾ ਆਵੈ, ਦੁਬਿਧਾ ਲਾਗੈ ਦਹਿ ਦਿਸ ਧਾਵੈ, ਬਿਖ ਕਾ ਕੀੜਾ ਬਿਖ ਮੈਂ ਰਾਤਾ, ਬਿਖ ਹੀ ਮਾਹਿ ਪਚਾਵਣਿਆ। ਹਉ ਹਉ ਕਰੇ ਤੈ ਆਪ ਜਣਾਏ, ਬਹੁ ਕਰਮ ਕਰੈ ਕਿਛ ਥਾਏ ਨਾ ਪਾਏ। ਮਾਝ ਮਹਲਾ ਤੀਜਾ। ਆਨਮਤ ਧਰਮ ਪੁਸਤਕਾਂ ਵਿੱਚ ਦੂਜੇ ਭਾਏ ਦੀਆਂ ਪੜ੍ਹਾਈਆਂ ਹੀ ਹਨ, ਜਿਨ੍ਹਾਂ ਨੂੰ ਪੜ੍ਹ ਤ੍ਰੈਬਿਧ ਤ੍ਰਿਗੁਣੀ ਮਾਇਆ ਕਾਰਨ ਲੂਝਣ ਝਗੜਨ ਦੇ ਕਰਮ ਕਰਨ ਦੀ ਸਿੱਖਿਆ ਮਿਲਦੀ ਹੈ। ਇਹ ਤ੍ਰਿਬਿਧ ਬੰਧਨੀ ਕਰਮ ਗਲੇ ਦਾ ਹਾਰ ਬਣ ਕੇ ਚਿਮੜ ਜਾਂਦੇ ਹਨ, ਫੇਰ ਕਦੇ ਨਹੀਂ ਛੁੱਟਦੇ। ਗੁਰ ਸ਼ਬਦੀ ਹੀ ਇਹਨਾਂ ਤੋਂ ਬੰਦ ਖਲਾਸੀ ਹੁੰਦੀ ਹੈ। ਬਸ ਤ੍ਰਿਬਿਧੀ ਕਰਮ ਤੋਂ ਬੰਦ ਖਲਾਸੀ ਹੋਣ ਪਰ ਹੀ ਮੁਕਤ ਪ੍ਰਾਪਤ ਕਰਨ ਦਾ ਧੁਰਵਾ ਵੱਜਦਾ ਹੈ। ਤ੍ਰੈਗੁਣੀ ਕਰਮਾਂ ਦਾ ਫਟਿਆ ਹੋਇਆ, ਤ੍ਰਿਬਿਧ ਮਨਸ਼ਾ ਦਾ ਮੂਸਿਆ ਹੋਇਆ, ਦੂਜੇ ਭਾਏ ਦੀਆਂ ਪੜ੍ਹਾਈਆਂ ਵਿੱਚ ਪੜ੍ਹ ਕੇ ਕੜਿਆ ਮਨ ਅਤੀ ਚੰਚਲ ਹੋ ਜਾਂਦਾ ਹੈ। ਫੇਰ ਵਸ ਹੀ ਨਹੀਂ ਆਉਂਦਾ ਅਤੇ ਦੁਬਿਧਾ ਵਿੱਚ ਲੱਗਿਆ ਹੋਇਆ ਦਹਿ ਦਿਸ ਧਾਵਦਾ ਫਿਰਦਾ ਹੈ। ਬਿਖ ਵਿਹਾਜਣੀ ਕਰਮਾਂ ਵਿੱਚ ਖਚਿਤ ਹੋਇਆ ਬਿਖਿਆ ਦਾ ਕੀੜਾ ਹੀ ਬਣ ਜਾਂਦਾ ਹੈ ਅਤੇ ਬਿਖ ਮਾਇਆ ਵਿੱਚ ਹੀ ਰਤਿਆ ਰਹਿੰਦਾ ਹੈ। ਬਿਖ ਹੀ ਉਸਦੇ ਪੱਲੇ ਪੈਂਦੀ ਹੈ। ਇਉਂ ਬਿਖ ਵਿੱਚ ਹੀ ਪਚ ਪਚ ਮਰਦਾ ਹੈ। ਹਉ ਹਉ ਮੈਂ ਕਰਦਾ ਹੈ ਤੇ ਆਪਣਾ ਆਪ ਜਣਾਉਂਦਾ ਹੈ। ਇਸ ਹਉਮੈ ਵਿੱਚ ਮਤਿਆ ਹੋਇਆ ਜਿੰਨੇ ਵੀ ਕਰਮ ਕਮਾਉਂਦਾ ਹੈ, ਉਤਨੇ ਹੀ ਉਸਦੇ ਕੀਤੇ ਕਰਮ ਕੁਲੇਖੇ ਜਾਂਦੇ ਹਨ, ਥਾਏ ਨਹੀਂ ਪੈਂਦੇ। ਨਾ ਹੀ ਕਰਨਹਾਰਾ ਕਿਸੇ ਨਿਸ਼ਾਨੇ ਗੋਲ ਤੇ ਪਹੁੰਚਦਾ ਹੈ। ਵਾਹਿਗੁਰੂ ਤੋਂ ਬਾਹਰਾ ਕਿਛ ਵੀ ਨਹੀਂ ਕਰ ਸਕਦਾ। ਜੇ ਉਹ ਬਖਸ਼ੇ ਤਾਂ ਗੁਰਸ਼ਬਦ ਦੇ ਲੜ ਲੱਗ ਜਾਵੇ। ਇਉਂ ਉਹਨਾਂ ਦਾ ਜੀਵਨ ਸੁੱਕਿਆ ਹੋਇਆ ਫੇਰ ਹਰਿਆ ਭਰਿਆ ਖਿੜਿਆ ਬਾਗ ਬਣ ਸਕਦਾ ਹੈ ਅਤੇ ਸ਼ੋਭ ਸੁਹਾਵਾ ਹੋ ਸਕਦਾ ਹੈ। ਜਨਮ ਮਰੈ ਤ੍ਰੈ ਗੁਣ ਹਿਤਕਾਰ, ਚਾਰੇ ਬੇਦ ਕਥੈ ਆਕਾਰ, ਤੀਨ ਅਵਸਥਾ ਕਹੈ ਵਖਿਆਨ, ਤੁਰਿਆ ਅਵਸਥਾ ਸਤਿਗੁਰ ਤੇ ਹਰ ਜਾਨ। ਰਾਮ ਭਗਤ ਗੁਰ ਸੇਵਾ ਤਰਣਾ, ਬਾਹੁੜ ਜਨਮ ਨਾ ਹੋਏ ਹੈ ਮਰਣਾ। ਰਹਾਉ ਚਾਰ ਪਦਾਰਥ ਕਹੈ ਸਭ ਕੋਈ, ਸਿਮਰਿਤ ਸਾਸਤ ਪੰਡਿਤ ਮੁਖ ਸੋਈ। ਬਿਨ ਗੁਰ ਅਰਥ ਵਿਚਾਰ ਨਾ ਪਾਇਆ, ਮੁਕਤ ਪਦਾਰਥ ਭਗਤ ਹਰ ਪਾਇਆ। ਗੌੜੀ ਮਹਲਾ ਪਹਿਲਾ। ਵਿਆਖਿਆ। ਤ੍ਰੈ ਗੁਣਾਂ ਨਾਲ ਹਿਤਕਾਰ ਪਿਆਰ ਰੱਖਣ ਵਾਲਾ ਪੜ ਪੜ ਜੰਮਦਾ ਮਰਦਾ ਹੈ। ਚਾਰੇ ਬੇਦ ਦ੍ਰਿਸ਼ਟਮਾਨ ਦਾ ਬਿਰਤਾਂਤ ਹੀ ਕਥਨ ਕਰਦੇ ਹਨ ਤੇ ਦ੍ਰਿਸ਼ਟਮਾਨ ਬਿਰਤਾਂਤ ਤਿਹਾਂ ਗੁਣਾਂ ਦਾ ਹੀ ਵਿਸਥਾਰ ਹੈ। ਰਜ ਤਮ ਸਤ ਤਿਹਾਂ ਗੁਣਾਂ ਦਾ ਵਿਖਿਆਨ ਹੀ ਕਰਦੇ ਹਨ ਚਾਰੇ ਬੇਦ। ਤੁਰਿਆ ਅਵਸਥਾ ਕੇਵਲ ਸਤਿਗੁਰ ਤੋਂ ਜਾਣੀ ਜਾਂਦੀ ਹੈ। ਚੌਹਾਂ ਬੇਦਾਂ ਵਿੱਚ ਤੁਰਿਆ ਗੁਣ ਦਾ ਜ਼ਿਕਰ ਹੀ ਨਹੀਂ। ਉਹਨਾਂ ਨੂੰ ਇਸ ਅਵਸਥਾ ਦਾ ਗਿਆਨ ਹੀ ਨਹੀਂ। ਸਤਿਗੁਰੂ ਦੇ ਸਿੱਖ ਸੇਵਕ ਬਣ ਕੇ ਹੀ ਵਾਹਿਗੁਰੂ ਦੀ ਭਗਤੀ ਹੁੰਦੀ ਹੈ ਅਤੇ ਭਗਤੀ ਦੁਆਰਾ ਹੀ ਨਿਸਤਾਰਾ ਹੈ। ਐਸਾ ਨਿਸਤਾਰਾ ਕਿ ਮੁੜ ਕੇ ਜਨਮ ਮਰਨ ਵਿੱਚ ਆਉਣਾ ਹੀ ਨਹੀਂ ਪੈਂਦਾ। ਚਾਰ ਪਦਾਰਥ। ਪਹਿਲਾ ਅਰਥ ਦੁਨਿਆਵੀ ਐਸ਼ਵਰਜ, ਦੂਜਾ ਧਰਮ ਧਰਮੀ ਜੀਵਨ, ਤੀਜਾ ਕਾਮ ਮਨੋਰਥ ਸਫਲਤਾ ਅਤੇ ਚੌਥਾ ਮੋਖ ਮੁਕਤੀ। ਸਭ ਕੋਈ ਕਹਿੰਦਾ ਹੈ ਅਤੇ ਮੰਗਦਾ ਹੈ। ਸਿਮਰਤ ਸ਼ਾਸਤਰ ਵੀ ਅਤੇ ਸਿਮਰਤੀਆਂ ਸ਼ਾਸਤਰ ਦੇ ਪੰਡਿਤ ਵੀ ਇਹੀ ਮੰਗ ਮੰਗਦੇ ਹਨ, ਚੌਹਾਂ ਪਦਾਰਥਾਂ ਦੀ ਅਤੇ ਮੁੱਖੋਂ ਇਹਨਾਂ ਚੌਹਾਂ ਪਦਾਰਥਾਂ ਦਾ ਹੀ ਵਿਸਥਾਰਕ ਵਿਖਿਆਨ ਕਰਦੇ ਹਨ। ਪਰੰਤੂ ਵਾਹਿਗੁਰੂ ਦੀ ਸੱਚੀ ਸਿੱਖਿਆ ਬਿਨਾਂ, ਸਿੱਖੀ ਸੇਵਕੀ ਬਿਨਾਂ ਸੱਚੇ ਅਰਥ ਲੱਭਣ ਯੋਗ ਤਤ ਪਰਮਾਰਥੀ ਵਿਚਾਰ ਕਿਸੇ ਨੂੰ ਨਹੀਂ ਲੱਭਾ। ਸੱਚਾ ਮੁਕਤ ਪਦਾਰਥ ਅਤੇ ਵਾਹਿਗੁਰੂ ਦੀ ਪ੍ਰਾਪਤੀ ਸਤਿਗੁਰੂ ਦ੍ਰਿੜਾਈ ਭਗਤੀ ਦੇ ਪ੍ਰਤਾਪ ਨਾਲ ਹੁੰਦੀ ਹੈ। ਬੇਦ ਵਿਚਾਰੀ ਤ੍ਰੈਗੁਣੀ ਕਰਮਾਂ ਨਾਲ ਟੱਕਰਾਂ ਮਾਰਿਆਂ ਕੁਛ ਨਹੀਂ ਬਣਦਾ, ਨਾ ਕੁਛ ਲੱਭਤਾ ਹੁੰਦੀ ਹੈ। ਤੀਨ ਭਵਨ ਮੈਂ ਏਕਾ ਮਾਇਆ, ਮੂਰਖ ਪੜ ਪੜ ਦੂਜਾ ਭਾਉ ਦ੍ਰਿੜਾਇਆ। ਬਹੁ ਕਰਮ ਕਮਾਵੈ ਦੁੱਖ ਸਬਾਇਆ, ਸਤਿਗੁਰ ਸੇਵ ਸਦਾ ਸੁਖ ਪਾਇਆ। ਅੰਮ੍ਰਿਤ ਮੀਠਾ ਸ਼ਬਦ ਵਿਚਾਰ, ਅਨ ਦਿਨ ਭੋਗੇ ਹਉਮੈ ਮਾਰ। ਸਹਿਜ ਆਨੰਦ ਕਿਰਪਾ ਧਾਰ, ਨਾਮ ਰਤੇ ਸਦਾ ਸਚ ਪਿਆਰ। ਆਸਾ ਮਹਲਾ ਤੀਜਾ। ਵਿਆਖਿਆ। ਤਿੰਨਾਂ ਲੋਕਾਂ ਵਿੱਚ ਗੱਲ ਕੀ ਸਾਰੀ ਸ੍ਰਿਸ਼ਟੀ ਵਿੱਚ ਹੀ ਇੱਕੋ ਮਾਇਆ ਦੀ ਮੁੱਖ ਉਪਾਸਨਾ ਦਾ ਜ਼ੋਰ ਹੈ। ਮੂਰਖਾਂ ਪੰਡਤਾਂ ਨੇ ਵੀ ਵੇਦ ਸ਼ਾਸਤਰ ਨੂੰ ਪੜ ਪੜ ਇਸੇ ਮਾਇਆ ਦੀ ਉਪਾਸਨਾ ਵਾਲਾ ਦੂਜਾ ਭਾਵ ਹੀ ਲੋਕਾਂ ਨੂੰ ਦ੍ਰਿੜਾਇਆ ਹੈ ਅਤੇ ਖੁਦ ਦ੍ਰਿੜ ਕੀਤਾ ਹੈ। ਇਹਨਾਂ ਆਨਮਤ ਪੁਸਤਕਾਂ ਵੇਦ ਆਦਿਕਾਂ ਵਿੱਚ ਹੈ ਹੀ ਦੂਜੇ ਭਾਵ ਦੀ ਤ੍ਰੈਗੁਣੀ ਉਪਾਸਨਾ ਦਾ ਜ਼ਿਕਰ। ਇਸ ਦੂਜੇ ਭਾਵ ਵਿੱਚ ਅਰੂੜਤ ਹੋ ਕੇ ਹੀ ਬਹੁਤੇ ਤ੍ਰੈਗੁਣੀ ਕਰਮਾਂ ਦੇ ਕਰਨ ਵਿੱਚ ਖਚਿਤ ਹੋ ਕੇ ਇਹਨਾਂ ਨੇ ਜਨਮ ਗਵਾਉਣ ਤੇ ਲੱਕ ਬੰਨਿਆ ਹੋਇਆ ਹੈ, ਜਿਸ ਦੇ ਕਾਰਨ ਦੁੱਖ ਹੀ ਦੁੱਖ ਸਬਾਇਆ ਦਰਪੇਸ਼ ਹੈ। ਜਿਸ ਕਿਸੇ ਨੇ ਸੁਖ ਪਾਇਆ ਹੈ
ਸੋ ਸਤਿਗੁਰੂ ਦੇ ਸੇਵਕ ਸਿੱਖ ਬਣਿਆ ਹੀ ਪਾਇਆ ਹੈ। ਐਸਾ ਸੁਖ ਗੁਰ ਸ਼ਬਦ ਦਾ ਅਭਿਆਸ ਕਮਾਈ ਰੂਪ ਵਿਚਾਰ ਕਰਕੇ ਅੰਮ੍ਰਿਤ ਮੀਠਾ ਸੁਖ ਪਾਇਆ ਹੈ। ਤਾਂ ਸ਼ਬਦ ਵਿਚਾਰੀ ਅਭਿਆਸਾਚਾਰੀ ਗੁਰਸਿੱਖਾਂ ਨੇ ਹੀ ਪਾਇਆ। ਜਿਸ ਅੰਮ੍ਰਿਤ ਰਸ ਪੀਣ ਤੇ ਗਟਾਖ ਚਖਣ ਵਿੱਚ ਜੋ ਸਵਾਦ ਅਹਿਲਾਦ ਆਤਮ ਬਿਸਮਾਦ ਹੈ, ਸੋ ਕਿਤੇ ਨਹੀਂ। ਫੇਰ ਇਹ ਸੁਖ ਅਹਿਲਾਦੀ ਸਵਾਦ ਛਿਨ ਭੰਗਰੀ ਨਹੀਂ। ਇਸ ਸਵਾਦ ਦਾ ਬਿਸਮਾਦ ਆਨੰਦ ਅਨ ਦਿਨ ਮਾਣੀਦਾ ਹੈ। ਮਾਣਦੇ ਹਨ ਮਾਨਣ ਹਾਰੇ ਗੁਰਮੁਖ ਜਨ ਅਤੇ ਭੋਗਦੇ ਹਨ ਭੋਗਣ ਹਾਰੇ ਭਾਗਵੰਤ। ਉਹਨਾਂ ਦੀ ਹਉਮੈ ਮਰ ਜਾਂਦੀ ਹੈ। ਹਉਮੈ ਰੂਪੀ ਕਾਈ ਰਾਈ ਮਾਤਰ ਵੀ ਉਹਨਾਂ ਦੇ ਅੰਦਰ ਨਹੀਂ ਰਹਿੰਦੀ। ਆਤਮ ਰਸ ਭੋਗ ਆਨੰਦੀਆਂ ਨੂੰ ਹਉਮੈ ਕਿੱਥੇ? ਹਉਮੈ ਉਹਨਾਂ ਨੂੰ ਪੋਹ ਹੀ ਨਹੀਂ ਸਕਦੀ। ਉਹ ਸਦਾ ਹੀ ਸਹਿਜ ਆਨੰਦ ਵਿੱਚ ਮਸਤੁਲ ਮਸਤ ਰਹਿੰਦੇ ਹਨ। ਐਸੀ ਪਰਮ ਕਿਰਪਾ ਉਹਨਾਂ ਉੱਤੇ ਕਿਰਪਾਲੂ ਗੁਰ ਕਰਤਾਰ ਨੇ ਧਾਰੀ ਹੋਈ ਹੁੰਦੀ ਹੈ। ਨਾਮ ਰਤਿਆਂ ਦੀ ਸੱਚੇ ਵਾਹਿਗੁਰੂ ਨਾਲ ਪਿਰਮ ਸਨੇਹੀ ਗੱਲ ਜਫੜੀ ਹੀ ਪਈ ਰਹਿੰਦੀ ਹੈ। ਉਹਨਾਂ ਦੀ ਅੱਖ ਹੋਰ ਪਾਸੇ ਦੌੜਦੀ ਹੀ ਨਹੀਂ। ਤ੍ਰੈ ਗੁਣ ਧਾਤ ਬਹੁ ਕਰਮ ਕਮਾਵੈ ਹਰ ਰਸ ਸਾਧ ਨ ਆਇਆ। ਸੰਧਿਆ ਤਰਪਣ ਕਰੈ ਗਾਇਤਰੀ ਬਿਨ ਬੂਝੈ ਦੁਖ ਪਾਇਆ। ਸੂਰਠ ਮਹਲਾ ਤੀਜਾ। ਭਾਵ ਤ੍ਰੈ ਗੁਣ ਮਾਇਆ ਦੇ ਕਰਮ ਚਾਹੇ ਕੋਈ ਕਿੰਨੇ ਬਹੁਤੇ ਕਰੇ ਕਮਾਵੇ, ਪਰ ਹਰ ਰਸ ਦਾ ਸਵਾਦ ਇਹਨਾਂ ਕਰਮਾਂ ਦੇ ਕਮਾਇਆ ਕਦੇ ਨਹੀਂ ਆਉਂਦਾ। ਇਹ ਅਹਿਲਾਦ ਬਿਸਮਾਦੀ ਸਵਾਦ ਤਾਂ ਕਿਰਤਮ ਨਾਮ ਦੇ ਜਪਿਆਂ ਵੀ ਨਹੀਂ ਆਉਂਦਾ, ਚਾਹੇ ਕਿਰਤਮ ਨਾਮ ਜਪਣ ਵਾਲੇ ਕਿਤਨਾ ਜ਼ੋਰ ਲਾ ਥੱਕਣ, ਕਿਉਂਕਿ ਉਹਨਾਂ ਦੇ ਮਨ ਤਾਂ ਤ੍ਰੈਗੁਣੀ ਮਾਇਆ ਨਾਲ ਲਿਬੜੇ ਰਹਿੰਦੇ ਹਨ। ਇਸ ਲਿਬੇੜ ਨੂੰ ਕੇਵਲ ਗੁਰਮਤ ਨਾਮ ਦਾ ਅਭਿਆਸ ਹੀ ਦੂਰ ਕਰ ਸਕਦਾ ਹੈ, ਉਹ ਵੀ ਜੇ ਪੂਰਨ ਗੁਰਮਤ ਮਰਿਆਦਾ ਨਾਲ ਪ੍ਰਾਪਤ ਹੋਇਆ ਹੋਵੇ। ਆਪ ਹੁਦਰਾ ਕੋਈ ਗੁਰਮਤ ਨਾਮ ਦਾ ਅਭਿਆਸ ਵੀ ਨਹੀਂ ਕਰ ਸਕਦਾ ਜਦ ਤਾਈਂ ਨਾਮ ਗੁਰਮੰਤਰ ਦੀ ਗੁੜਤੀ ਪੂਰਨ ਗੁਰਮਤ ਮਰਿਆਦਾ ਅਨੁਸਾਰ ਗੁਰੂ ਦੁਆਰਿਓਂ ਗੁਰੂ ਸਰੂਪ ਪੰਜਾਂ ਪਿਆਰਿਆਂ ਦੁਆਰਾ ਅੰਮ੍ਰਿਤ ਛਕ ਕਰਕੇ ਨਾ ਮਿਲੀ ਹੋਵੇ। ਡਗਰੀ ਚਾਲ ਨੇਤਰ ਫੁਨ ਅੰਧਲੇ ਸ਼ਬਦ ਸੁਰਤ ਨਹੀਂ ਭਾਈ। ਸਾਸਤਰ ਬੇਦ ਤ੍ਰੈ ਗੁਣ ਹੈ ਮਾਇਆ ਅੰਧ ਲਓ ਧੰਧ ਕਮਾਈ। ਖੋਇਓ ਮੂਲ ਲਾਭ ਕਹਿ ਪਾਵਸ ਦੁਰਮਤ ਗਿਆਨ ਵਿਹੂਣੇ। ਸ਼ਬਦ ਵਿਚਾਰ ਰਾਮ ਰਸ ਚਾਖਿਆ ਨਾਨਕ ਸਾਚ ਪਤੀਣੇ। ਭੈਰੋ ਮਹਲਾ ਪਹਿਲਾ। ਭਾਵਅਰਥ ਅੰਤ ਬੁਢੇਪਾ ਆਉਣ ਕਰਕੇ ਡਗਮਗੀ ਥਿੜਕਵੀਂ ਚਾਲ ਵੀ ਹੋ ਗਈ ਅਤੇ ਨੇਤਰ ਵੀ ਅੰਧਲੇ ਹੋ ਗਏ। ਦਿਸਣੋਂ ਰਹਿ ਗਿਆ, ਤੁਰਨ ਲੱਗਿਆਂ ਡਿੱਕ ਡੋਲੇ ਖਾਂਦਾ ਹੈ, ਤੁਰ ਨਹੀਂ ਹੁੰਦਾ। ਪਰ ਫੇਰ ਵੀ ਉਸ ਨੂੰ ਗੁਰਮਤ ਮਤ ਨਹੀਂ ਆਉਂਦੀ, ਗੁਰਮਤ ਦੇ ਨੇੜੇ ਨਹੀਂ ਜਾਂਦਾ। ਸ਼ਬਦ ਸੁਰਤ ਵਾਲੀ ਗੱਲ ਉਸ ਨੂੰ ਭਾਉਂਦੀ ਹੀ ਨਹੀਂ। ਸ਼ਾਸਤਰਾਂ ਬੇਦਾਂ ਪਿੱਛੇ ਪਿਆ ਟੱਕਰਾਂ ਮਾਰਦਾ ਫਿਰਦਾ ਹੈ ਅਤੇ ਅੰਨ੍ਹੇਵਾਹ ਧੰਦ ਕਮਾਉਂਦਾ ਹੈ, ਕਿਉਂਕਿ ਸ਼ਾਸਤਰਾਂ ਬੇਦਾਂ ਦਾ ਵਿਚਾਰ ਤ੍ਰੈਗੁਣੀ ਮਾਇਆ ਦੇ ਪਸਾਰੇ ਬਿਸਥਾਰੇ ਵਾਲਾ ਹੀ ਹੈ। ਇਹਨਾਂ ਦੇ ਪੜਨ ਵਾਲਾ, ਪੜ ਕੇ ਕਮਾਉਣ ਵਾਲਾ ਤ੍ਰੈਗੁਣ ਰੂਪੀ ਛੂਛੀ ਛਾਇਆ ਮਾਇਆ ਦੇ ਪਿੱਛੇ ਹੀ ਧੰਦ ਕਮਾਉਂਦਾ ਹੈ। ਤਤ ਮੂਲ ਛੱਡ ਕੇ ਦੁਰਮਤ ਗਿਆਨ ਵਿਹੂਣੇ ਪੁਰਸ਼ ਨੂੰ ਲਾਭ ਕਿੱਥੋਂ ਆਉਣਾ ਹੈ? ਕਿਤੋਂ ਵੀ ਨਹੀਂ। ਦੁਰਮਤ ਬੁੱਧੀ ਵਾਲੇ ਨੂੰ, ਤ੍ਰੈਗੁਣੀ ਮਾਇਆ ਵਿੱਚ ਲਿਪਾਏਮਾਨ ਹੋਈ ਵੀ ਕੁਮਤੜੀ ਵਾਲੇ ਨੂੰ ਗੁਰਮਤ ਤਤ ਗਿਆਨ ਕਿੱਥੋਂ ਮਿਲਣਾ ਹੋਇਆ? ਜਿਨ੍ਹਾਂ ਨੇ ਗੁਰਮਤ ਦੀਖਿਆ ਲੈ ਕੇ ਗੁਰਮੰਤਰ ਸ਼ਬਦ ਦਾ ਅਭਿਆਸ ਕਮਾਈ ਰੂਪੀ ਸਚੜਾ ਵਿਚਾਰ ਅਮਲ ਕੀਤਾ ਹੈ, ਉਸੇ ਵਡਭਾਗੇ ਗੁਰਮੁਖ ਜਨ ਨੇ ਹੀ ਤਤਵੱਥੀ ਰਾਮ ਰਸ ਚਖਿਆ ਹੈ ਅਤੇ ਉਸੇ ਨੂੰ ਹੀ ਸੱਚ ਵਾਹਿਗੁਰੂ ਦੀ ਸਚੜੀ ਪਤੀਜ ਸ਼ਰਧਾ ਆਈ ਹੈ। ਇਹ ਸ਼ਰਧਾ ਤ੍ਰੈਗੁਣੀ ਧਾਤ ਵਾਲੇ ਬੇਦਾਂ ਸ਼ਾਸਤਰਾਂ ਪਿੱਛੇ ਦੌੜਿਆਂ ਸਗੋਂ ਹੋਰ ਵੀ ਘਟਦੀ ਹੈ ਅਤੇ ਕਈਆਂ ਦੀ ਤਾਂ ਕਈ ਹਾਲਤਾਂ ਵਿੱਚ ਉੱਕੀ ਹੀ ਜਾਂਦੀ ਰਹਿੰਦੀ ਹੈ। ਵੇਦ ਪੜ੍ਹੈ ਪੜ੍ਹ ਬਾਦ ਵਖਾਣੈ ਬ੍ਰਹਮਾ ਬਿਸ਼ਨ ਮਹੇਸ਼ਾ। ਇਹ ਤ੍ਰਿਗੁਣ ਮਾਇਆ ਜਿਨ ਭਰਮ ਭੁਲਾਇਆ ਜਨਮ ਮਰਨ ਕਾ ਸਹਿਸਾ। ਗੁਰ ਪ੍ਰਸਾਦੀ ਏਕੋ ਜਾਣੈ ਚੂਕੈ ਮਨੋ ਅੰਦੇਸਾ। ਮਲਾਰ ਮਹਲਾ ਤੀਜਾ। ਕੀ ਬ੍ਰਹਮਾ, ਕੀ ਬਿਸ਼ਨ, ਕੀ ਮਹੇਸ਼ ਮਹਾਦੇਵ ਬੇਦਾਂ ਨੂੰ ਪੜ੍ਹ ਪੜ੍ਹ ਕੇ ਬਾਦ ਹੀ ਵਖਾਣਦਾ ਹੈ। ਭਾਵੇਂ ਕੋਈ ਪੜ੍ਹੇ ਬੇਦਾਂ ਨੂੰ, ਭਾਵੇਂ ਬ੍ਰਹਮਾ ਪੜ੍ਹੇ, ਭਾਵੇਂ ਵਿਸ਼ਨੂੰ ਪੜ੍ਹੇ, ਭਾਵੇਂ ਮਹਾਦੇਵ। ਇਹਨਾਂ ਤਿਹਾਂ ਦੇਵਤਿਆਂ ਵਿੱਚੋਂ ਚਾਹੇ ਕੋਈ ਬੇਦਾਂ ਨੂੰ ਪੜ੍ਹੇ, ਉਹ ਬਾਦ ਹੀ ਬਾਦ ਵਖਾਣਦਾ ਹੈ, ਕਿਉਂਕਿ ਬੇਦਾਂ ਵਿੱਚ ਤ੍ਰੈਗੁਣੀ ਮਾਇਆ ਦਾ ਬਖੇੜਾ ਹੀ ਭਰਿਆ ਲਿਖਿਆ ਪਿਆ ਹੈ। ਬਸ ਤ੍ਰੈਗੁਣੀ ਮਾਇਆ ਨੇ ਸਾਰਾ ਜਗਤ ਹੀ ਭੁਲਾ ਛੱਡਿਆ ਹੈ। ਤ੍ਰੈਗੁਣੀ ਕਰਮ ਕਰਨਹਾਰਾ ਸਭ ਕੋਈ ਅਸਲੀ ਤਤ ਮਾਰਗ ਤੋਂ, ਪਰਮਾਰਥ ਦੇ ਮਾਰਗ ਤੋਂ ਭੁੱਲਿਆ ਹੀ ਫਿਰਦਾ ਹੈ। ਬ੍ਰਹਮਾ ਬਿਸ਼ਨ ਮਹੇਸ਼ ਵਰਗੇ ਭੁੱਲੇ ਫਿਰਦੇ ਅਤੇ ਬਾਦ ਵਖਾਣਦੇ ਰਹੇ ਬੇਦਾਂ ਨੂੰ ਪੜ੍ਹ ਪੜ੍ਹ, ਤਾਂ ਜਗਤ ਕਿਸ ਦਾ ਵਿਚਾਰਾ?
ਮਨੁੱਖ ਮਾਤਰ ਸਣੇ ਦੇਵਤਿਆਂ ਦੇ ਤ੍ਰੈਗੁਣੀ ਮਾਇਆ ਦਾ ਹੀ ਭੁਲਾਇਆ ਫਿਰਦਾ ਹੈ। ਇਹਨਾਂ ਤ੍ਰੈਗੁਣ ਕਰਮਾਂ ਦੇ ਕਰਨਹਾਰਿਆਂ ਨੂੰ ਅਤੇ ਤ੍ਰੈਗੁਣ ਕਰਮ ਕਰ ਕਰ ਭੁੱਲਣ ਹਾਰਿਆਂ ਨੂੰ ਹਰ ਦਮ ਜਨਮ ਮਰਨ ਦਾ ਸੰਸਾ ਹੀ ਵਿਆਪਿਆ ਰਹਿੰਦਾ ਹੈ। ਸਤਿਗੁਰੂ ਦੇ ਪ੍ਰਸਾਦ ਕਰ ਜਿਸ ਜਿਸ ਵਿਰਲੇ ਵਡਭਾਗੇ ਗੁਰਮੁਖ ਜਨ ਨੂੰ ਇੱਕ ਅਕਾਲ ਪੁਰਖ ਦਾ ਤਤ ਗਿਆਨ ਗੁਰਮੰਤਰ ਹੀ ਪ੍ਰਚੰਡ ਗਿਆਨ ਨਸੀਬ ਹੋ ਜਾਵੇ ਤਾਂ ਹੀ ਇਸ ਧੰਦੇ ਤੋਂ ਰਹਿਤ ਹੁੰਦਾ ਹੈ। ਉਸ ਦੇ ਮਨ ਅੰਤਰੋਂ ਆਵਾਗਾਉਣ ਦਾ ਅੰਦੇਸ਼ਾ ਦੂਰ ਹੋ ਜਾਂਦਾ ਹੈ। ਨਹੀਂ ਤਾਂ ਆਮ ਨਿਗਰੀ ਲੁਕਾਈ ਤਿਹਾਂ ਗੁਣਾਂ ਵਿੱਚ ਕਰਮ ਕਰ ਕਰ 84 ਵਿੱਚ ਜਾ ਖਪਦੀ ਹੈ। ਤ੍ਰੈਗੁਣ ਸਭਾ ਧਾਤ ਹੈ, ਨਾ ਹਰ ਭਗਤ ਨਾ ਪਾਏ, ਗਤ ਮੁਕਤ ਕਦੇ ਨਾ ਹੋਵਈ, ਹਉਮੈ ਕਰਮ ਕਮਾਹੇ, ਸਾਹਿਬ ਭਾਵੈ ਸੋਥੀਐ, ਪਇਐ ਕਿਰਤ ਫਿਰਾਹੇ। ਸਤਿਗੁਰ ਭੇਟਿਐ ਮਨ ਮਰ ਰਹੈ, ਹਰ ਨਾਮ ਵਸੈ ਮਨ ਆਏ, ਤਿਸ ਕੀ ਕੀਮਤ ਨਾ ਪਵੈ, ਕਹਿਣਾ ਕਿਛੂ ਨਾ ਜਾਏ, ਚੌਥੈ ਪਦ ਵਾਸਾ ਹੋਇਆ, ਸੱਚੈ ਰਹੇ ਸਮਾਏ। ਮਲਾਰ ਮਹਲਾ ਤੀਜਾ। ਭਾਵ ਤਿੰਨੇ ਗੁਣ ਸਭ ਮਾਇਆ ਹੀ ਹੈ, ਸੋ ਇਹਨਾਂ ਤਿਹਾਂ ਗੁਣਾਂ ਦੇ ਕਰਮ ਕੀਤਿਆਂ ਨਾ ਵਾਹਿਗੁਰੂ ਦੀ ਭਗਤੀ ਪ੍ਰਾਪਤ ਹੁੰਦੀ ਹੈ, ਨਾ ਹੀ ਪਰਮਾਰਥ ਵੱਲ ਪ੍ਰੇਮ ਲੱਗਦਾ ਹੈ। ਇਹਨਾਂ ਤ੍ਰੈਗੁਣੀ ਕਰਮ ਕਰਨ ਹਾਰਿਆਂ ਦੀ ਕਦੇ ਗਤ ਕਲਿਆਣ ਨਹੀਂ ਹੁੰਦੀ, ਨਾ ਮੁਕਤੀ ਹੁੰਦੀ ਹੈ। ਕਿਉਂਕਿ ਤ੍ਰੈਗੁਣੀ ਕਰਮ ਸਭ ਹਉਮੈ ਦੇ ਕਰਮ ਹੀ ਹੁੰਦੇ ਹਨ। ਤ੍ਰੈਗੁਣੀ ਕਰਮ ਕਰਨ ਹਾਰੇ ਹਉਮੈ ਵਿੱਚ ਧੱਕੇ ਖਾਂਦੇ ਫਿਰਦੇ ਹਨ, ਕਿਰਤ ਕਰਮੀ ਲੇਖਾਂ ਦੇ ਬੱਧੇ ਫਿਰਦੇ ਹਨ। ਜੋ ਸੱਚੇ ਸਾਹਿਬ ਨੂੰ ਭਾਉਂਦਾ ਹੈ ਸੋ ਥੀਂਦਾ ਹੈ। ਕਰਮ ਅਨੁਸਾਰ ਤ੍ਰੈਗੁਣੀ ਕਰਮਾਂ ਦੇ ਕਰਨ ਦਾ ਮੁੜ ਮੁੜ ਗੇੜ ਹੀ ਵੱਜ ਜਾਂਦਾ ਹੈ। ਭਾਣੇ ਅੰਦਰ ਸੱਚੇ ਸਤਿਗੁਰੂ ਦੀ ਭੇਟ ਮੁਲਾਕਾਤ ਹੋ ਜਾਵੇ ਤਾਂ ਪਾਰਸ ਰੂਪ ਸਤਿਗੁਰੂ ਦੇ ਭੇਟੇ ਜਾਣ ਕਰ ਕੋਈ ਪਾਰਸ ਕਲਾ ਵਰਤੇ ਤਾਂ ਮਨ ਮਰਦਾ ਹੈ ਅਤੇ ਮਨ ਦੀ ਮਲ ਮਾਇਆ ਰੂਪੀ ਧਾਤ ਵੀ ਮਰ ਜਾਂਦੀ ਹੈ। ਤਾਂ ਗੁਰ ਪ੍ਰਸਾਦ ਗੁਰ ਦੀਖਿਆ ਪ੍ਰਾਪਤ ਕਰ ਨਾਮ ਮਨ ਵਿੱਚ ਆ ਵਸਦਾ ਹੈ। ਤਿਸ ਨਾਮ ਮਨ ਵਸਣ ਵਾਲੀ ਵਿਵਸਥਾ ਦੀ ਕੀਮਤ ਹੀ ਨਹੀਂ ਪੈਂਦੀ ਅਤੇ ਇਸ ਪਰਥਾਏ ਕੁਝ ਕਹਿਣ ਦੀ ਕੁਦਰਤ ਵੀ ਕਿਸੇ ਨੂੰ ਨਹੀਂ। ਇਹ ਅਵਸਥਾ ਹੀ ਕਹਿਣ ਕਥਨ ਤੋਂ ਨਿਆਰੀ ਹੈ। ਤ੍ਰੈਗੁਣਾਂ ਵਿੱਚੋਂ ਨਿਕਲ ਕੇ ਤੁਰਿਆ ਗੁਣ ਚੌਥੇ ਪਦ ਵਿੱਚ ਵਾਸ ਹੋ ਜਾਂਦਾ ਹੈ। ਬਸ ਫੇਰ ਤਾਂ ਸੱਚੇ ਵਾਹਿਗੁਰੂ ਵਿੱਚ ਹੀ ਸਮਾਈ ਵਾਸ ਵਸਾਈ ਹੋ ਜਾਂਦੀ ਹੈ। ਪਰ ਵਿਰਤ ਨਰ ਵਿਰਤ ਦੋਹਾਂ ਪਾਪਾਂ ਦੇ ਕਰਮ ਸਭ ਤ੍ਰੈਗੁਣੀ ਕਰਮ ਹੀ ਹਨ, ਯਥਾ ਗੁਰਵਾਕ। ਪੌੜੀ ਦੋਵੇਂ ਤਰਫਾਂ ਉਪਾਏ, ਇੱਕ ਵਰਤਿਆ ਬੇਦ ਬਾਣੀ ਵਰਤਾਏ, ਅੰਦਰ ਵਾਦ ਘਤਿਆ, ਪਰ ਵਿਰਤ ਨਿਰਵਿਰਤ ਹਾਠਾ ਦੋਵੇਂ, ਵਿੱਚ ਧਰਮ ਫਿਰੈ ਰਹਿ ਬਾਰਿਆ, ਮਨਮੁਖ ਕੱਚੇ ਕੂੜਿਆਰ, ਤਿਨੀ ਨੇਚੋ ਦਰਗਾ ਹਾਰਿਆ। ਗੁਰਮਤੀ ਸ਼ਬਦ ਸੂਰ ਹੈ, ਕਾਮ ਕ੍ਰੋਧ ਜਿਨੀ ਮਾਰਿਆ, ਸੱਚੈ ਅੰਦਰ ਮੈਲ ਸ਼ਬਦ ਸਵਾਰਿਆ, ਸੇ ਭਗਤ ਤੁਧ ਭਾਵਦੇ, ਸੱਚੈ ਨਾਏ ਪਿਆਰਿਆ, ਸਤਿਗੁਰ ਸੇਵਨ ਆਪਣਾ, ਤਿਨਾਂ ਵਿਟੋਂ ਹਉ ਵਾਰਿਆ। ਵਿਆਖਿਆ। ਗ੍ਰਹਸਥ ਅਤੇ ਤਿਆਗ, ਪਰ ਵਿਰਤ ਅਤੇ ਨਰ ਵਿਰਤ, ਇਹ ਦੋਵੇਂ ਪੱਖ ਤਰਫ ਉਪਜੇ ਹੋਏ ਵੇ ਹਨ। ਬੇਦਾਚਾਰੀ ਆਖਦੇ ਹਨ ਕਿ ਉਸੇ ਕਰਤੇ ਪੁਰਖ ਦੇ ਉਪਾਏ ਹੋਏ ਹਨ। ਭਾਵੇਂ ਕਿਵੇਂ ਵੀ ਹੋਏ, ਦੋਹਾਂ ਤਰਫਾਂ ਪੱਖਾਂ ਵਿੱਚ ਇੱਕੋ ਅਕਾਲ ਪੁਰਖ ਵਰਤ ਰਿਹਾ ਹੈ। ਪੂਰਨ ਗੁਰਮਤ ਅਸੂਲ ਅਨੁਸਾਰ ਵੀ ਇਹ ਠੀਕ ਹੈ ਕਿ ਉਹ ਚਰ ਅਚਰ ਜੀਵ ਸ੍ਰਿਸ਼ਟੀ ਵਿੱਚ ਸਾਰੇ ਹੀ ਆਪ ਵਰਤ ਰਿਹਾ ਹੈ। ਦੋਹਾਂ ਤਰਫਾਂ ਵਿੱਚ ਤਾਂ ਵਰਤਣਾ ਹੀ ਸੀ ਉਸੇ ਏਕ ਨੇ, ਪਰ ਇਹ ਪਰਵਿਰਤ ਨਰਵਿਰਤ ਪੱਖਾਂ ਦੋਹਾਂ ਤਰਫਾਂ ਦਾ ਵਿਤਕਰਾ ਬੇਦਾਂ ਨੇ ਹੀ ਆ ਕੇ ਪਾਇਆ ਹੈ। ਬੇਦਾਂ ਦੇ ਕਰਤਿਆਂ ਧਰਤਿਆਂ ਨੇ ਬੇਦ ਬਾਣੀ ਦਾ ਵਰਤਾਰਾ ਵਰਤਾ ਕੇ ਅਤੇ ਦੋਹਾਂ ਤਰਫਾਂ ਪੱਖਾਂ ਦਾ ਪਸਾਰਾ ਪਸਰਾਏ ਕੇ ਦੋਹਾਂ ਪੱਖਾਂ ਅੰਦਰ ਵਾਦ ਵਿਵਾਦ ਦਾ ਝਗੜਾ ਘੱਤ ਦਿੱਤਾ ਹੈ। ਪਰ ਵਿਰਤ ਨਰ ਵਿਰਤ ਦੋਵੇਂ ਬਾਦ ਵਿਵਾਦੀਆਂ ਹੱਠੀਆਂ ਦੇ ਹੱਠ ਬੰਨੇ ਹਨ। ਬੇਦਾਚਾਰੀ ਧਰਮ ਇਹਨਾਂ ਹੱਠਾਵਾਂ ਦਾ ਰਹਿਬਰ ਬਸੀਠ ਬਣਿਆ ਹੋਇਆ ਹੈ। ਇਹਨਾਂ ਦੋਹਾਂ ਪੱਖਾਂ ਵਾਲੇ ਹੱਠੀਏ ਦੋਵੇਂ ਹੀ ਮਨਮੁਖ ਕੱਚੇ ਕੂੜਿਆਰ ਹਨ। ਪਰ ਵਿਰਤੀ ਨਰਵਿਰਤੀ ਪੱਖ ਦੇ ਤ੍ਰੈਗੁਣੀ ਕਰਮ ਕਰਨੇ ਹੀ ਇਹਨਾਂ ਦਾ ਆਪੋ ਆਪਣਾ ਧਰਮ ਹੈ। ਪਰ ਕੱਚ ਘਰੜ ਕੂੜਿਆਰਾਂ ਵਾਲਾ ਹੀ ਧਰਮ ਹੈ। ਮਨਮੁਖ ਮਾਇਆ ਧਾਰੀ ਧਾਤ ਕਰਮੀ ਧਰਮ ਹੀ ਹੈ। ਇਸ ਕਰਕੇ ਇਹ ਮਨਮੁਖ ਧਾਤ ਕਰਮੀ ਪਰਵਿਰਤ ਨਰਵਿਰਤ ਕੱਚ ਕੂੜ ਕਰਮੀ ਤ੍ਰੈਗੁਣਾਚਾਰੀ ਨੂੰ ਨਿਸ਼ਚੇ ਕਰਕੇ ਅੱਗੇ ਧਰਮ ਰਾਏ ਕੋਲ ਜਾਣਾ ਹੋਵੇਗਾ ਅਤੇ ਨਿਸ਼ਚੇ ਕਰਕੇ ਜ਼ਰੂਰ ਹੀ ਅਗਲੀ ਦਰਗਾਹ ਜਾ ਕੇ ਹਾਰਨਾ ਪਵੇਗਾ। ਦੋਹਾਂ ਪੱਖਾਂ ਦੇ ਤ੍ਰੈਗੁਣੀ ਮਾਇਆ ਧਾਤਵੀ ਕਰਮ ਨਿਹਫਲ ਜਾਣਗੇ, ਅੱਗੇ ਜਾ ਕੇ ਸਹਾਈ ਨਹੀਂ ਹੋਣਗੇ। ਪਰੰਤੂ ਗੁਰਮਤਿ ਦੁਆਰਾ ਜਿਨ੍ਹਾਂ ਗੁਰਮੁਖਾਂ
ਗੁਰ ਸ਼ਬਦ ਸੁਰ ਤੀਸਰਾ ਸੂਰਮਿਆਂ ਨੇ ਅਟੁੱਟ ਨਾਮ ਅਭਿਆਸ ਕਮਾਈਆਂ ਦੀ ਬਾਜੀ ਲਾਈ ਹੈ ਅਤੇ ਗੁਰਮਤ ਦੇ ਧੜਮੱਲ ਸੂਰਮੇ ਬਣ ਕੇ ਜਿਨ੍ਹਾਂ ਨੇ ਜਿਣ ਬਾਜੀ ਦਾ ਸੱਚਾ ਪਿੜ ਮਲਿਆ ਹੈ, ਉਹੀ ਸੂਰਮੇ ਜਿਣ ਬਾਜੀ ਲੈ ਜਾਣਗੇ। ਸੱਚੇ ਸੂਰਮੇ ਉਹੀ ਗੁਰਮੁਖ ਜਨ ਗੁਰ ਸ਼ਬਦ ਅਭਿਆਸ ਕਮਾਈਆਂ ਵਾਲੇ ਹਨ, ਜਿਨ੍ਹਾਂ ਨੇ ਸ਼ਬਦ ਕਮਾਈਆਂ ਦੀਆਂ ਸੂਰਮਤਾਈਆਂ ਕਰ ਕਰ ਕਾਮ ਕ੍ਰੋਧ ਆਦਿ ਪੰਜਾਂ ਦੂਤਾਂ ਨੂੰ ਮਾਰ ਕੇ ਮਲ ਦਲ ਛੱਡਿਆ ਹੈ। ਉਹ ਸੂਰਮੇ ਸੱਚੇ ਵਾਹਿਗੁਰੂ ਦੇ ਸੱਚੇ ਮਹਿਲ ਦਰਬਾਰ ਅੰਦਰ ਸ਼ਬਦ ਸੰਵਾਰੇ ਅਤੇ ਸ਼ਬਦ ਸਿੰਗਾਰੇ ਹੀ ਸੁਰਖਰੂ ਹੋ ਕੇ ਅਤੇ ਉੱਜਲ ਮੁਖ ਲੈ ਕੇ ਜਾਣਗੇ। ਸੱਚੇ ਗੁਰਮਤਿ ਨਾਮ ਦੇ ਪਿਆਰ ਪਿਰੰਮੀ ਗੁਰਮੁਖ ਭਗਤ ਜਨ ਹੀ ਸੱਚੇ ਵਾਹਿਗੁਰੂ ਨੂੰ ਭਾਵਦੇ ਹਨ, ਕਿਉਂਕਿ ਉਹ ਸੱਚੇ ਪਿਆਰ ਹਿਤਕਾਰ ਸੇਤੀ ਸੱਚੀ ਸ਼ਰਧਾ ਭਾਵਨਾ ਭਗਤ ਸੇਤੀ ਮਨੋ ਤਨੋ ਗੁਰਮਤਿ ਨਾਮ ਦੀਆਂ ਸੱਚੀਆਂ ਅਭਿਆਸ ਕਮਾਈਆਂ ਕਰਦੇ ਹਨ। ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ, ਜੋ ਇੱਕੋ ਗੁਰੂ ਗੁਰੂਆਂ ਸਿਰ ਗੁਰੂ ਵਾਹਿਗੁਰੂ ਦੀ ਸਿਮਰਨ ਭਗਤੀ ਸਿਫਤ ਸਲਾਹ ਰੂਪੀ ਸੇਵਾ ਕਰਦੇ ਹਨ, ਤਿਨ੍ਹਾਂ ਵਿਟੋਂ ਮੈਂ ਵਾਰੇ ਵਾਰੇ ਕੁਰਬਾਨੇ ਕੁਰਬਾਨੇ ਕੋਲੇ ਕੋਲੇ ਖਨੀਆਂ ਖਨੀਆਂ ਜਾਂਦਾ ਹਾਂ।